पीटीसी न्यूज़ की खास पेशकश की समझे थोड़ा स्वागत है। मैं हनी रजपाली। ਅੱਜ दरअसल इस पहली रिपोर्ट ਦੇ ਵਿੱਚ ਕਿਸ ਦੀ ਗੱਲ ਕਰੀਏ ਉਹਨਾਂ ਲੋਕਾਂ ਦੀ ਜਿਨ੍ਹਾਂ ਲੋਕਾਂ ਦੀ ਨੌਕਰੀਆਂ ਜਾ ਚੁੱਕੀਆਂ ਨੇ ਕੋਰੋਨਾ ਕਾਲ ਦੇ ਵਿੱਚ। ਇੱਕ ਡਾਟਾ ਇੱਕ ਆંકੜਾ ਨਿਕਲ ਕੇ ਸਾਹਮਣੇ ਆ ਚੁੱਕਾ। ਸਰਕਾਰਾਂ ਵੀ ਆંકੜੇ ਕਰਦੀਆਂ ਨਾ। ਅੱਜ ਤੁਹਾਡੇ ਸਾਹਮਣੇ ਇੱਕ ਆંકੜਾ ਲੈ ਕੇ ਅਸੀਂ ਵੀ ਹਾਜ਼ਰ ਹੋ ਗਏ ਹਾਂ। ਦਰਅਸਲ ਉਹਨਾਂ ਲੋਕਾਂ ਦੀ ਗੱਲ ਕਰੀਏ 1 ਕਰੋੜ ਲੋਕਾਂ ਦੀ ਜਿਨ੍ਹਾਂ ਦੀ ਇਸ ਕੋਰੋਨਾ ਕਾਲ ਦੇ ਵਿੱਚ ਨੌਕਰੀਆਂ ਜਾ ਚੁੱਕੀਆਂ ਨੇ, ਜਾਂ ਗੱਲ ਕਰੀਏ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ 97% ਆਮਦਨ ਘਟ ਚੁੱਕੀ ਹੈ। जी हाँ, ये सच्चाई है। परिवर्तन ਦੀਆਂ ਗੱਲਾਂ ਜਾਂ अच्छे ਦਿਨਾਂ ਦੀ ਦੁਹਾਈ ਦੇਣ ਵਾਲੀਆਂ ਸਰਕਾਰਾਂ ਦੇ ਦੌਰ ਦੇ ਵਿੱਚ ਉਹਨਾਂ ਦੇ ਰਾਜ ਦੇ ਵਿੱਚ ਅਜਿਹੀਆਂ ਤਸਵੀਰਾਂ ਜਦੋਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਸਵਾਲ ਤਾਂ ਉੱਠਦੇ ਨੇ ਨਾ, ਸਵਾਲ ਤਾਂ ਪੁੱਛਣੇ ਵੀ ਬਣਦੇ ਨੇ ਨਾ। ਜਾਂ ਗੱਲ ਕਰੀਏ ਜੋਤੀ ਪਾਸਵਾਨ ਦੀ, ਨਹੀਂ ਯਾਦ? ਦਰਅਸਲ ਜੋਤੀ ਪਾਸਵਾਨ ਉਹ ਨਾਮ ਹੈ ਜੋ ਵਿਦੇਸ਼ਾਂ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਧੂਮ ਮਚਾ ਚੁੱਕਾ ਹੈ, ਜਿਸ ਨੂੰ ਇੱਕ ਜਾਂਬਾਜ਼ ਧੀ ਫਲਾਣਾ ਟਮਕਾਣਾ ਕਈ ਨਾਮਾਂ ਦੇ ਨਾਲ ਸੰਬੋਧਿਤ ਕੀਤਾ ਗਿਆ ਸੀ। ਅੱਜ ਜੋਤੀ ਪਾਸਵਾਨ ਦੀ ਇੱਕ ਤਸਵੀਰ ਤੁਹਾਨੂੰ ਵਿਖਾਉਣ ਜਾ ਰਹੇ ਹਾਂ। ਉਹ ਸਹੀ ਮਾਇਨੇ ਦੇ ਵਿੱਚ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਹੈ। ਉਹੀ ਜੋਤੀ ਪਾਸਵਾਨ ਨਹੀਂ, ਦੱਸਣਾ ਨਹੀਂ, ਕਿਉਂਕਿ ਜੇ ਦੱਸ ਦਿੱਤਾ ਤੇ ਖਬਰ ਅਧੂਰੀ ਰਹਿ ਜਾਣੀ ਹੈ। ਨਾਲ ਹੀ ਅਸੀਂ ਗੱਲ ਇਸ ਪ੍ਰੋਗਰਾਮ ਦੇ ਵਿੱਚ ਕਰਨ ਜਾ ਰਹੇ ਹਾਂ ਇੱਕ ਫੌਜੀ ਦੀ ਜਿਸ ਨੂੰ ਮੌਤ ਦੀ ਆਗੋਸ਼ ਦੇ ਵਿੱਚ ਜਾਣਾ ਪਿਆ, ਜਾਂ ਇਹ ਕਹਿ ਲਈਏ ਕਿ ਜਿਸ ਨੇ ਆਪਣੀ ਜ਼ਿੰਦਗੀ ਨੂੰ ਮੌਤ ਦੀ ਆਗੋਸ਼ ਦੇ ਵਿੱਚ ਧਕੇਲ ਦਿੱਤਾ ਸਿਰਫ ਇਸ ਲਈ ਕਿਉਂਕਿ ਇਲਜ਼ਾਮ ਇਹ ਨਿਕਲ ਕੇ ਸਾਹਮਣੇ ਆਏ ਨੇ ਕਿ ਉਸਦੇ ਆਲਾ ਅਧਿਕਾਰੀ ਉਸ ਨੂੰ ਤੰਗ ਕਰਦੇ ਸਨ। ਲੇਕਿਨ ਇਸ ਸਭ ਦੇ ਵਿੱਚ ਜੋ ਇੱਕ ਆਡੀਓ ਉਸਨੇ ਆਪਣੀ ਮਾਂ ਨੂੰ ਭੇਜਿਆ ਹੈ ਉਹ ਵਾਕਈ ਹਿਰਦੇ ਬਲੁੰਦਰ ਵਾਲਾ ਹੈ, ਕਿਉਂਕਿ ਉਸ ਮਾਂ ਨੇ ਕਈ ਸੁਪਨੇ ਸੰਜੋਏ ਸਨ, ਆਪਣੇ ਬੇਟੇ ਦੇ ਸਿਰ ਦੇ ਉੱਤੇ ਸਿਹਰਾ ਬੰਨ੍ਹਦੇ ਹੋਏ ਵੇਖਣਾ ਚਾਹੁੰਦੀ ਸੀ। ਲੇਕਿਨ ਅੱਜ ਦਰਅਸਲ ਸਹੀ ਮਾਇਨੇ ਦੇ ਵਿੱਚ ਉਸ ਦੀ ਮਾਂ ਕੁਰਲਾ ਰਹੀ ਹੈ। ਲੇਕਿਨ ਇਸ ਪਹਿਲੀ ਰਿਪੋਰਟ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਨੌਕਰੀਆਂ ਜਾ ਚੁੱਕੀਆਂ ਨੇ। ਲਗਭਗ 1 ਕਰੋੜ ਲੋਕ ਨੇ। 1 ਕਰੋੜ ਲੋਕਾਂ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਘੱਟੋ ਘੱਟ 5 ਜੀਅ ਤਾਂ ਰਹਿੰਦੇ ਹੋਣਗੇ ਨਾ। ਉਹਨਾਂ ਲੋਕਾਂ ਦਾ ਕੀ ਹਾਲ ਹੁੰਦਾ ਹੋਊਗਾ ਜਿਸ ਵੇਲੇ ਉਹਨਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਨੇ, ਘਰਾਂ ਦੇ ਚੁੱਲ੍ਹੇ ਠੰਡੇ ਪੈ ਚੁੱਕੇ ਨੇ। ਅੱਜ ਦਰਅਸਲ ਗੱਲ ਉਸ ਰਿਪੋਰਟ ਦੀ ਕਰਨ ਜਾ ਰਹੇ ਹਾਂ। ਸਰਕਾਰ ਦੇ ਵਾਂਗੂ ਅਸੀਂ ਵੀ ਤੁਹਾਡੇ ਸਾਹਮਣੇ ਕੁਝ ਆંકੜੇ ਪੇਸ਼ ਕਰਨ ਜਾ ਰਹੇ ਹਾਂ। ਲੋ ਵੇਖੋ ਇਸ ਖਾਸ ਰਿਪੋਰਟ ਨੂੰ। इस वायरस ने हमारे कई अपनों को हमसे छीना है। ਇਸ ਦੌਰ 'ਚ ਬੇਸ਼ੱਕ ਅਜਿਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਣ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੌਤਾਂ ਨੂੰ ਲੈ ਕੇ ਦੁੱਖ ਹੋਇਆ ਹੋਵੇ, ਦਰਦ ਛਲਕਿਆ ਹੋਵੇ। ਜੋ ਹੁਣ ਤਸਵੀਰਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇਸ ਤੇ ਦੇਸ਼ ਦੇ ਪ੍ਰਧਾਨ ਮੰਤਰੀ ਕੀ ਕਹਿਣਗੇ, ਕੀ ਕਰਨਗੇ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਕਿਉਂਕਿ ਜੇ ਅਜੇ ਤੱਕ ਅੱਛੇ ਦਿਨਾਂ ਦਾ ਜੁਮਲਾ ਸੁਣਾਉਣ ਵਾਲੀ ਮੋਦੀ ਸਰਕਾਰ ਨੇ ਦੇਸ਼ ਦੀ ਜਨਤਾ ਨੂੰ ਅੱਛੇ ਦਿਨ ਨਹੀਂ ਦਿੱਤੇ, ਕਾਰਨ ਜਨਾਬ ਇਹ ਹੈ ਕਿ ਦੇਸ਼ ਦੀ ਅਰਥ ਵਿਵਸਥਾ ਚੌਪਟ ਹੋ ਰਹੀ ਹੈ। ਆਜ਼ਾਦ ਭਾਰਤ 'ਚ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਇਸ ਹਾਲਤ 'ਚੋਂ ਗੁਜ਼ਰ ਰਿਹਾ ਹੈ। ਵਿਰੋਧੀ ਮੋਦੀ ਸਰਕਾਰ ਤੇ ਇਲਜ਼ਾਮ ਲਗਾ ਰਹੇ ਨੇ ਤੇ ਮੋਦੀ ਸਰਕਾਰ ਤੇ ਭਾਜਪਾ ਦੇ ਪ੍ਰਵਕਤਾ ਸਰਕਾਰ ਦਾ ਬਚਾਅ ਕਰ ਰਹੇ ਨੇ। फर्स्ट वेव ठीक है, उसमें बात समझ नहीं आई, वो अलग चीज है। मगर ये जो सेकंड वेव है ये प्रधानमंत्री की जिम्मेदारी है। प्रधानमंत्री ने जो नौटंकी की, प्रधानमंत्री ने जो अपनी जिम्मेदारी पूरी नहीं की, इसका कारण सेकंड वेव है। प्रधानमंत्री जी के नेतृत्व में चलने वाली देश की सरकार ये संवेदनशील सरकार है, ये संवेदनाओं से भरी हुई है। हमारे नेता प्रधानमंत्री जी दिन रात मेहनत करके इस आपदा को लड़ने में पूरी ताकत लगाई हुई है। पार्टी भी उनके साथ खड़ी है। बहरहाल इस आरोप प्रतिरोध जो निकल के आज तक आया की है जो होना होगा, इसका सीधा असर देश की जनता से पै चुका है। एक खबर सामने आ चुकी है कि कोरोना की दूजी लहर के कारण देश के 1 करोड़ तो ज्यादा भारतीयों की नौकरी चली गई है ते 97% तो ज्यादा परिवारों की कमाई भी घट गई है। जी हाँ, ये बिल्कुल सच है। मई के अखीर तक देश की बेरोजगारी दर 12% तक आ सकती है, जबकि अप्रैल च बेरोजगारी दर 8% सी। ये जानकारी या कहो ये आंकड़े प्राइवेट थिंक टैंक सेंटर फॉर मॉनिटरिंग इंडियन इकोनॉमी यानी CMI के CEO महेश व्यास ने जारी किए हैं। देश की जनता की यह याददाश्त तेज होवे तो उसनू याद होना है कि पिछले साल देशव्यापी लॉकडाउन के कारण मई च बेरोजगारी दर रिकॉर्ड 23.5% तक पहुंच गई सी। बहरहाल गल करते हैं रोजगार ते कोरोना के साइड इफेक्ट की।
ਇਸ ਨਿਊ ਇੰਡੀਆ 'ਚ ਭਾਰਤ ਦੇ ਲੋਕ ਇਹ ਸਮਝ ਲੈਣ ਜੋ ਆંકੜੇ ਜਾਂ ਵਿਸ਼ਲੇਸ਼ਣ ਨਿਕਲ ਕੇ ਸਾਹਮਣੇ ਆਏ ਨੇ ਉਸ ਤੋਂ ਸਾਫ਼ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਉਹਨਾਂ ਨੂੰ ਦੁਬਾਰਾ ਰੋਜ਼ਗਾਰ ਮਿਲਣਾ ਮੁਸ਼ਕਿਲ ਹੈ। ਰਿਪੋਰਟ ਦੇ ਮੁਤਾਬਿਕ ਗੈਰ ਸੰਗਠਿਤ ਖੇਤਰਾਂ ਦੇ ਵਿੱਚ ਜਲਦ ਹੀ ਨੌਕਰੀਆਂ ਮਿਲਣਗੀਆਂ, ਪਰ ਜੀ ਹਾਂ ਇੱਕ ਵੱਡਾ ਪਰ ਹੈ। ਲੇਕਿਨ ਕੁਆਲਿਟੀ ਜੌਬ ਅਤੇ ਸੰਗਠਿਤ ਖੇਤਰਾਂ ਦੇ ਵਿੱਚ ਰੋਜ਼ਗਾਰ ਦੇ ਅਵਸਰ ਬਣਨ 'ਚ 1 ਸਾਲ ਦਾ ਵਕਤ ਲੱਗ ਸਕਦਾ ਹੈ। ਬੇਸ਼ੱਕ ਇਕਨੋਮੀ ਖੁੱਲਣ ਲੱਗ ਗਈ ਹੈ, पर इस नाल बेरोजगारी की समस्या थोड़ी बहुती सुलझेगी, लेकिन समस्या पूरी तरह खत्म नहीं होगी। देश के लोग इस पॉइंट नू नोट कर लैन कि इस वेले मार्केट च लेबर पार्टिसिपेशन रेट घट के 40% तक आ चुका है। महामारी तो पहला लेबर पार्टिसिपेशन रेट 42.5% थी। दरअसल CMI ने अप्रैल च 1,75,000 परिवारों से एक देशव्यापी सर्वे किया। एक परिवार च 5 लोग घट्टो घट होंगे ने। इस सर्वे दे विच पिछले 1 साल च कमाई का परेशान करने वाला ट्रेंड निकल के सामने आ चुका है। सर्वे च केवल 3% परिवारों ने अपनी आमदन बढ़ने की गल कही है। जी हाँ, सिर्फ 3%, जबकि 55% लोगों ने कहा है कि उन्होंने इनकम डिग चुकी है, यानी घट गई है। बाकी 42% ने साफ तौर पर कहा कि उन्होंने इनकम च कोई बदलाव नहीं आया। इस नूं जेकर महंगाई के लिहाज नाल वेख्या जाए तो 97% परिवारों की कमाई घट चुकी है जनाब इस न्यू इंडिया च। बहरहाल इस सब दे विच कई एक्सपर्ट की राय यह भी है कि संक्रमण की दूजी लहर का पीक चलिया गया। हुण सूबे हौली हौली आर्थिक गतिविधियां ते लगे प्रतिबंधां नूं हटाउणगे। इस दे नाल इकनॉमी नूं मदद मिलेगी, पर यह कदों होवेगा इसका इंतजार तां सब नूं होवेगा। ब्यूरो रिपोर्ट PTC न्यूज़। जी हाँ, इस रिपोर्ट के विच दरअसल असीं गल करन जा रहे हैं उस ज्योति पासवान की जिसकी धूम अमेरिका तक भी जा पुजी सी, जिहदे जांबाज दे किस्से हर एक ट्विटर हर एक WhatsApp ते सोशल मीडिया अकाउंट के उत्ते छाए हुए सन। जी हाँ, उस ज्योति पासवान की गल करन जा रहे हैं जिसने 1200 किलोमीटर दूर गुड़गांव तो लैके दरभंगा तक अपने बीमार पिता नूं साइकिल ते बिठा के सफर किया सी। अज दरअसल उसके पिता इस दुनिया नूं छड्ड के जा चुके ने। दरअसल देन साड़ी सरकारां दी है, ये नहीं कि मौजूदा सरकार दी। अज तक दी सारिया सरकारां ने जो साडे वर्गे इंसानां नूं ये देन दित्ती है, दरअसल वो तस्वीर निकल के अज सामने आ चुकी है। दिखाउण जा रहे हैं इस रिपोर्ट नूं हृदय वलुंदर दी है। दरअसल सही मायने दे विच सवाल खड़े करती है। सवाल सत्ता नूं खड़े करती है, सिस्टम नूं खड़े करती है, सियासत नूं खड़े करती है, अते सवाल खड़े करती है उन्हां दलीलां नूं, उन्हां वादे दावियां नूं जो अच्छे दिन ते परिवर्तन दीयां गल्लां करदे ने। वेखो इस रिपोर्ट में। साइकिल घर ज्योति पासवान कौन नहीं जानता। जो देश दी सरकारां दी सियासी पार्टियां इल्जामबाजी दे दौर दे विचों गुजर रही सन, तू मैमे च लगे हुई सन, उदों बस जी नहीं देखा ये जांबाज धी नूं तां साडियां सरकारां ने नहीं देखा, बाकी सारे मुल्क ने देखा, विदेशां च बैठे लोकां ने देखा। परिवर्तन ते खेलों दी गल्लां करन वाले सियासतदान कितना परिवर्तन देश च कर रहे ने, ये किसी तो लुकिया? जी बिल्कुल नहीं। जनता सब वेख रही है। जिवें ये वेख्या सी कि किंज अपने बीमार पिता नूं गुड़गांव तो साइकिल ते बिठा के 1200 किलोमीटर का सफर तय करके दरभंगा पुजी सी। कई नेतावां दे ट्वीट भी सामने आए सन, पर मदद लई कौन सामने आया ये भी जनता सब जानती है। बहरहाल अज गल दरअसल मदद दी नहीं, पर अज निरकुश हुंदियां सरकारां दी गल जरूर करांगे। दरअसल इस धी दे पिता दी मौत हो गई है। इक्को लाइन च खबर तो सिर्फ इहो ही है। बाकी सरकारां दी आलोचना दे लई तां बेशक पिछले पन्ने फरोले जान या नवे पन्ने भर ले जान, पर होना हाना की है जो अज तक होया। बहरहाल तुसीं ज्योति दे पिता दी खबर देखो, उसदी मौत दी खबर देखो। दरअसल जिस बीमार पिता नूं ये धी साइकिल ते बिठा के 1200 किलोमीटर दूर लैके आई सी, वो इसलिए लैके आई सी कि अपने पिता दे नाल अपनी चंगी जिंदगी बिता सके। तां लैके आई सी कि बाबल नूं चंगी जिंदगी दे सके, तां लैके आई सी कि परिवार इकमिक होके रह सके, बाबल दे दित्ते जिंदगी दा कर्ज उतार सके। वरना नहीं, इस न्यू इंडिया च जो सरकारां सानू सब नूं अच्छे दिन दे रही ने, उस दौर च इह अपने पिता नूं बचा नहीं सकी। जो सियासी दल चोणां लड़न दे लई एक आम जनता दी जिंदगी इसलिए दाऽ ते ला दिंदे ने क्योंकि उन्हां नूं परिवर्तन करना हुंदा है। क्योंकि जे सरकार दा राज रिहा हुंदा है ना, दूजी सियासी पार्टी नूं लगदा है कि वो बेहतर राज नहीं दे सकते या दे पाए। जे अच्छे दिन चाहुंदे ने जनता तां वो पार्टी दे सकदी है जो सत्ता च है ही नहीं। आई गल वक्री है कि किसी दूजे सूबे च उस पार्टी दी ही सरकार ने जनता दा उसदा जुलूस की कढ़िया है, उस बारे उसनूं कोई अफसोस नहीं होता।
ਬਹਰਾਲ ਦੱਸ ਦਈਏ ਕਿ ਉਹੀ ਜੋਤੀ ਹੈ ਜਿਸ ਨੂੰ ਲੈ ਕੇ ਟਰੰਪ, ਜੀ ਹਾਂ ਉਹੀ ਨਮਸਤੇ ਟਰੰਪ, ਉਹਨਾਂ ਦੀ ਬੇਟੀ ਨੇ ਵੀ ਇੱਕ ਟਵੀਟ ਕੀਤਾ ਸੀ। ਸਾਈਕਲ ਫੈਡਰੇਸ਼ਨ ਨੇ ਵੀ ਇੱਕ ਆਫਰ ਦਿੱਤੀ ਸੀ, ਯਾਨੀ ਕਿ ਦੇਸ਼ ਤੇ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਜੋਤੀ ਦੀ ਬਹਾਦਰੀ ਬੇहद ਪਸੰਦ ਆਈ। ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਟਵੀਟ ਵੀ ਹੋਏ, ਪਰ ਜੋ ਨਹੀਂ ਹੋਇਆ ਉਹ ਇਹ ਕਿ ਇਸ ਦੇ ਪਿਤਾ ਦਾ ਸਹੀ ਇਲਾਜ ਨਹੀਂ ਹੋ ਪਾਇਆ। ਦਿਲ ਦਾ ਦੌਰਾ ਪੈਣ ਦੇ ਨਾਲ मौत हो गई। खबर तो इको लाइन च बस ये हुई है। पहले मरे थे दादाजी, उसके बाद पापा लिए तो अभी मेरे पापा डेट कर गए, क्या एक डेट कर गए मेरे पापा। हमको बहुत दुख हो रहा है कि मेरा पापा हम दिल्ली से लेके आए बचा के, अभी मेरा पापा मर गए। ਹੁਣ ਵੈਸੇ ਦਰਅਸਲ ਚਾਹੀਦਾ ਤਾਂ ਇਹ ਹੈ ਕਿ ਦੇਸ਼ ਦੇ ਲੋਕ ਵਿਦੇਸ਼ਾਂ 'ਚ ਬੈਠੇ ਸਿਆਸਤਦਾਨ ਆਪਣੇ ਫੇਸਬੁੱਕ ਤੇ ਫਿਰ ਤੋਂ ਖਬਰ ਸ਼ੇਅਰ ਕਰਨ ਤੇ ਅਫਸੋਸ ਮਨਾਉਣ ਕਿ ਬਹਾਦਰ ਬੇਟੀ ਦੇ ਪਿਤਾ ਪੂਰੇ ਹੋ ਗਏ ਨੇ। ਹਾਂ, ਰਿਪ ਲਿਖਣਾ ਨਾ ਭੁੱਲਣਾ, ਰੈਸਟ ਇਨ ਪੀਸ, ਆਤਮਾ ਨੂੰ ਸ਼ਾਂਤੀ। ਤੇ ਬਾਕੀ ਸਾਡੀਆਂ ਸਰਕਾਰਾਂ ਨਾ ਜਨਾਬ, ਉਹਨਾਂ ਤੇ ਤਾਂ ਕੋਈ ਉਮੀਦ ਰੱਖੀ ਨਹੀਂ ਜਾ ਸਕਦੀ। ਸੁਪਰੀਮ ਕੋਰਟ ਨੂੰ ਵੀ ਸ਼ਾਇਦ ਉਸ ਵੇਲੇ ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਜਗ੍ਹਾ ਪ੍ਰਵਾਸ ਸ਼ਾਇਦ ਜ਼ਰੂਰੀ ਨਹੀਂ ਲੱਗਾ। ਖੈਰ, ਧੀ ਦੇ ਪਿਤਾ ਮਰ ਗਏ ਨੇ, ਦੇਸ਼ ਦੇ ਹਾਲਾਤ ਲਗਭਗ ਉਹੋ ਜਿਹੇ ਨੇ। ਇੰਤਜ਼ਾਰ ਕਰੋ ਕਿਸੇ ਹੋਰ ਦੀ ਧੀ ਦਾ ਸਾਈਕਲ ਵਾਲੀ ਵੀਡੀਓ ਆਉਂਦੀ ਹੀ ਹੋਵੇਗੀ। ਬਸ ਸ਼ੇਅਰ ਕਰਨਾ ਜ਼ਰੂਰੀ ਹੈ, ਸ਼ੇਅਰ ਕਰਨਾ ਨਾ ਭੁੱਲਿਓ। ਲੋਕਾਂ ਦੀ ਅਜਿਹੀ ਸੰਵੇਦਨਸ਼ੀਲਤਾ ਮਾਇਨੇ ਤਾਂ ਰੱਖਦੀ ਹੈ ਨਾ। ਬਾਕੀ ਜੇ ਕਿਸੇ ਦਾ ਕੋਈ ਮਰ ਗਿਆ ਤਾਂ ਸੁਣਿਆ ਕਿ ਕਿਸੇ ਨੂੰ ਕੋਈ ਫਰਕ ਤਾਂ ਪੈਂਦਾ ਹੀ ਨਹੀਂ ਹੈ। ਬਾਕੀ ਸਰਕਾਰਾਂ ਕਰੋਨਾ ਹੈ ਭਾਈ, ਘਰੇ ਰਹਿਣ। ਬਿਊਰੋ ਰਿਪੋਰਟ, PTC। ਹੁਣ ਦਰਅਸਲ ਇਸ ਰਿਪੋਰਟ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਇੱਕ ਫੌਜੀ ਦੀ, ਇੱਕ ਆਡੀਓ ਕਲਿੱਪ ਦੀ ਤੇ ਉਸ ਦੀ ਮਾਂ ਦੀ। ਦਰਅਸਲ ਸਹੀ ਮਾਇਨੇ ਦੇ ਵਿੱਚ ਉਸ ਮਾਂ ਨੇ, ਉਸ ਫੌਜੀ ਦੀ ਮਾਂ ਨੇ ਜਦੋਂ ਉਸ ਆਡੀਓ ਕਲਿੱਪ ਨੂੰ ਸੁਣਿਆ ਹੋਊਗਾ ਜੋ ਹੁਣ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਤਾਂ ਉਸਦੇ ਦਿਲ ਤੇ ਕੀ ਬੀਤੀ ਹੋਵੇਗੀ ਇਹ ਇਸ ਆਡੀਓ ਕਲਿੱਪ ਨੂੰ ਸੁਣਨ ਤੋਂ ਬਾਅਦ ਤੁਸੀਂ ਖੁਦ ਅੰਦਾਜ਼ੇ ਲਗਾ ਸਕਦੇ ਹੋ। ਦਰਅਸਲ ਪੰਜਾਬ ਦਾ ਇੱਕ ਫੌਜੀ ਇਸ ਕਰਕੇ ਮੌਤ ਦੀ ਆਗੋਸ਼ ਦੇ ਵਿੱਚ ਚਲਾ ਗਿਆ, ਜਾਂ ਇਹ ਕਹਿ ਲਿਆ ਜਾਵੇ ਕਿ ਉਸਨੇ ਮੌਤ ਨੂੰ ਗਲੇ ਲਗਾ ਲਿਆ, ਕਿਉਂਕਿ ਇਲਜ਼ਾਮ ਇਹ ਸਨ ਕਿ ਉਸਦੇ ਕੁਝ ਆਲਾ ਅਧਿਕਾਰੀ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ। ਹੁਣ ਬੇਸ਼ੱਕ ਬਥੇਰੀਆਂ ਜਿੰਨੀ ਮਰਜ਼ੀ ਕਾਨੂੰਨੀ ਕਾਰਵਾਈਆਂ ਹੋਣ, ਗ੍ਰਿਫਤਾਰੀਆਂ ਹੋਣ, ਲੇਕਿਨ ਇੱਕ ਫੌਜੀ ਜਾਂ ਇੱਕ ਮਾਂ ਦਾ ਲਾਲ ਤਾਂ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਾ ਹੈ ਨਾ। ਸਵਾਲ ਤਾਂ ਖੜੇ ਹੁੰਦੇ ਨੇ ਨਾ। ਸਵਾਲ ਇਸ ਲਈ ਖੜੇ ਹੁੰਦੇ ਨੇ ਕਿਉਂਕਿ ਦਾਅਵੇ ਤਾਂ ਵਾਅਦੇ ਬਹੁਤ ਕੀਤੇ ਜਾਂਦੇ ਨੇ, ਲੇਕਿਨ ਨਿਕਲ ਕੇ ਸਾਹਮਣੇ ਕੀ ਆਂਦਾ ਹੈ ਇਹ। ਦਰਅਸਲ ਇਸ ਰਿਪੋਰਟ ਨੂੰ ਵੇਖਣਾ ਲਾਜ਼ਮੀ ਹੈ, ਬਾਕੀ ਸਮਝਣਾ ਸਮਝਾਣਾ ਇਹ ਜਨਤਾ ਦੇ ਉੱਤੇ ਛੱਡਿਆ। ਵੇਖੋ ਇਸ ਰਿਪੋਰਟ ਨੂੰ। ਜੇਕਰ ਤੁਹਾਨੂੰ ਇੱਕ ਸਵਾਲ ਪੁੱਛਿਆ ਜਾਵੇ ਕਿ ਭਾਰਤੀ ਫੌਜ, ਇਹ ਦੋ ਸ਼ਬਦ ਸੁਣ ਕੇ ਤੁਹਾਡੇ ਜ਼ਿਹਨ 'ਚ ਆਉਂਦਾ ਕੀ ਹੈ, ਤਾਂ ਤੁਹਾਡਾ ਜਵਾਬ ਹੋਣਾ ਹੈ ਹਿੰਮਤ, ਦਲੇਰੀ, ਦੇਸ਼ ਦਾ ਮਾਣ, ਸਾਡੀ ਜਾਨ ਦੀ ਰਾਖੀ ਕਰਨ ਵਾਲੇ। ਪਰ ਦਰਅਸਲ ਮਾਨਸਾ 'ਚੋਂ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਸਨੇ ਹਰ ਕਿਸੇ ਨੂੰ ਇੱਕ ਵਾਰ ਤਾਂ ਹੈਰਾਨ ਕਰਕੇ ਰੱਖ ਦਿੱਤਾ ਹੈ। ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਜ਼ਿਹਨ 'ਚ ਫੌਜ ਦੀ ਛਵੀ ਨੂੰ ਕਿਤੇ ਨੁਕਸਾਨ ਪਹੁੰਚਿਆ ਹੈ। ਦਰਅਸਲ ਮਾਨਸਾ ਦੇ ਪਿੰਡ ਬੁਰਜ ਹਰੀ ਦੇ ਫੌਜੀ ਨੌਜਵਾਨ ਦੇ ਵੱਲੋਂ ਅਫਸਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਅਜਿਹੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਦਰਅਸਲ ਰਾਜਸਥਾਨ ਦੇ ਸੂਰਤਗੜ੍ਹ ਵਿਖੇ ਤੈਨਾਤ 23 ਸਾਲਾ ਪਰਵਦਿਆਲ ਸਿੰਘ ਨੇ ਆਪਣੀ ਡਿਊਟੀ ਦੇ ਦੌਰਾਨ ਆਪਣੀ ਹੀ ਪੱਗ ਦੇ ਨਾਲ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਮੌਤ ਦੀ ਆਗੋਸ਼ 'ਚ ਚਲਾ ਗਿਆ, ਜਿਸ ਤੋਂ ਬਾਅਦ ਰਾਜਸਥਾਨ ਪੁਲਿਸ ਨੇ 3 ਫੌਜੀ ਅਧਿਕਾਰੀਆਂ ਦੇ ਖਿਲਾਫ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ। ਪ੍ਰਭਦਿਆਲ ਸਿੰਘ ਨੇ ਖੁਦਕੁਸ਼ੀ ਤੋਂ ਪਹਿਲਾਂ ਆਪਣੀ ਮਾਤਾ ਨੂੰ ਇੱਕ ਆਡੀਓ ਕਲਿੱਪ ਭੇਜੀ ਸੀ ਜੋ ਹੁਣ ਸਭ ਦੇ ਸਾਹਮਣੇ ਆ ਚੁੱਕੀ ਹੈ, ਜਿਸ ਨੂੰ ਸੁਣਨ ਤੋਂ ਬਾਅਦ ਹਰ ਕਿਸੇ ਦੇ ਰੋਂਗਟੇ ਖੜੇ ਹੋ ਜਾਣਗੇ। ਸਤਿ ਸ੍ਰੀ ਅਕਾਲ ਮਾਂ, ਤੇਰੇ ਨਾਲ ਗੱਲ ਕਰਨੀ ਸੀ ਮੈਂ। ਕੋਈ ਨਾ, ਚੱਲ ਨਹੀਂ ਹੋ ਗਈ ਆਪਣੀ ਗੱਲ। ਫੋਨ ਤਾਂ ਕੀਤਾ ਸੀ ਮੈਂ, ਤੇਰੇ ਕੋਲ ਹੈ ਨਹੀਂ ਸੀ ਫੋਨ। ਚੱਲ ਠੀਕ ਆ, ਸਤਿ ਸ੍ਰੀ ਅਕਾਲ ਮਾਂ, ਮਾਫ਼ ਕਰ ਦੀ ਜੇ ਕੋਈ ਗਲਤੀ ਹੋ ਗਈ। ਦੁਖੀ ਨਾ ਹੋਈ ਕਿਤੇ, ਪਰ ਕੋਈ ਗੱਲ ਨਹੀਂ, ਮੈਂ ਵਗ ਗਿਆ ਤਾਂ ਕੋਈ ਗੱਲ ਨਹੀਂ, ਪਰ ਕਦੇ ਦੁਖੀ ਨਾ ਹੋਈ। ਜੇ ਤੂੰ ਦੁਖੀ ਹੋਈ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ। ਪਿਓ ਨੂੰ ਵੀ ਕਹਿ ਦੀ ਮੇਰੇ ਨੂੰ ਠੀਕ ਠਾਕ ਰਹੇ ਹੁਣ, ਠੀਕ ਆ। ਲਓ ਜੀ ਤੁਹਾਨੂੰ ਸਾਰਿਆਂ ਨੂੰ, ਬਸ ਮੇਰੀ ਇੰਨੀ ਕੁ ਲਿਖੀ ਸੀ, ਮੈਂ ਭੋਗ ਲਈ ਉਹਦੀ, ਅਤੇ ਮੈਂ ਹੁਣ ਗੁਲਾਮੀ ਤੋਂ ਛੁਟਕਾਰਾ ਪਾਉਣਾ। ਮੈਂ ਕਦੇ ਆਪਦਾ ਦੁੱਖ ਦਰਦ ਨਹੀਂ ਦੱਸਿਆ ਤੁਹਾਨੂੰ, ਅਤੇ ਕਿੰਨਾ ਹੀ ਔਖਾ ਹੋਵਾਂ, ਪਰ ਮੇਰੇ ਤੋਂ ਹੋਰ ਜ਼ਿਆਦਾ ਗੁਲਾਮੀ ਨਹੀਂ ਹੁੰਦੀ ਹੁਣ। ਮਾਫ਼ ਕਰ ਦੀ ਮਾਂ ਮੈਨੂੰ। ਇਸ ਆਡੀਓ 'ਚ ਪ੍ਰਭਦਿਆਲ ਸਿੰਘ ਦਾ ਸਾਫ਼ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ।
ਲਾਡਾ ਨਾਲ ਪਾਲੇ ਆਪਣੇ ਇਕਲੌਤੇ ਪੁੱਤ ਦੀ ਦਰਦ ਭਰੀ ਆਵਾਜ਼ ਜਦੋਂ ਇੱਕ ਮਾਂ ਦੇ ਕੰਨਾਂ 'ਚ ਪਈ ਹੋਣੀ ਹੈ, ਜਦੋਂ ਮਾਂ ਨੇ ਸੁਣੀ ਹੋਣੀ ਹੈ, ਜਦੋਂ ਆਪਣੇ ਪੁੱਤ ਦੇ ਕਫਨ 'ਚ ਲਿਪਟੀ ਲਾਸ਼ ਉਸਨੇ ਵੇਖੀ ਹੋਣੀ ਹੈ ਤਾਂ ਉਸਦੇ ਦਿਲ ਤੇ ਕੀ ਬੀਤੀ ਹੋਣੀ ਹੈ। ਦਰਅਸਲ ਉਸਦੇ ਦਰਦ ਦਾ ਅਸੀਂ ਕਦੇ ਵੀ ਅੰਦਾਜ਼ਾ ਨਹੀਂ ਲਗਾ ਸਕਦੇ। ਸ਼ਾਇਦ ਇੱਕ ਅਜਿਹੀ ਆਡੀਓ ਹੋਰ ਨਿਕਲ ਕੇ ਸਾਹਮਣੇ ਆਈ ਹੈ ਜਿਸ 'ਚ ਪ੍ਰਭਦਿਆਲ ਆਪਣੇ ਸੀਨੀਅਰਸ ਤੋਂ ਮਦਦ ਦੀ ਗੁਹਾਰ ਵੀ ਲਗਾ ਰਿਹਾ ਹੈ। 3-4 दिन हो गए मेरे को परेशान किया जा रहा है और मेरे को मेंटली और फिजिकली परेशान किया जा रहा है बहुत ज़्यादा। मेरे को एसएम साहब ने बुलाया है कि एसएम साहब मेरे को बोल रहे हैं कि तुम अगर नहीं जाएगा ऊपर नहीं तो माफ़ी मांग साहब से, नहीं तो तेरे को ये कर देंगे, नहीं तेरे को वो कर देंगे, तेरे को सज़ा दिलाएंगे, तेरे को जेल भेज देंगे। और जेल में तो बोला तेरे को 422 की जेल में भेज देंगे, तेरा 10 नंबर भरवा देंगे और कुछ ना कुछ तेरे को ठोक के भेजेंगे, तेरी लाइफ ख़राब कर देंगे। ਜਿਹੜੇ ਪੁੱਤ ਨੂੰ ਸਿਹਰਾ ਬੰਨਣਾ ਸੀ ਉਸ ਦੇ ਹੀ ਕਫਨ 'ਚ ਲਿਪਟੀ ਲਾਸ਼ ਤੇ ਸਿਹਰਾ ਰੱਖਣਾ ਪਿਆ। ਜਿਸ ਦੇ ਵਿਆਹ ਦੀ ਖੁਸ਼ੀ 'ਚ ਘਰ ਨੂੰ ਸਜਾਇਆ ਜਾਣਾ ਸੀ ਉਸ ਦੀ ਮੌਤ ਦੀ ਖਬਰ ਤੋਂ ਬਾਅਦ ਘਰ 'ਚ ਹੁਣ ਮਾਤਮ ਛਾਇਆ ਹੋਇਆ ਹੈ। ਘਰ ਸੁੰਨਾ ਪੈ ਚੁੱਕਿਆ ਹੈ, ਪਰਿਵਾਰ ਦੀਆਂ ਖੁਸ਼ੀਆਂ ਤਬਾਹ ਹੋ ਚੁੱਕੀਆਂ ਨੇ ਅਤੇ ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਖੁਸ਼ੀ ਆਪਣੀ ਮਰਜ਼ੀ ਨਾਲ ਫੌਜ 'ਚ ਗਿਆ ਸੀਗਾ ਤੇ ਉਹ ਇਹ ਆਪਣੀ ਡਿਊਟੀ ਤੋਂ ਜ਼ਿਆਦਾ ਵੀ ਕਰ ਸਕਦਾ ਸੀ ਕੰਮ। ਉਹ ਇੰਨਾ ਅੰਡਰਸਟੈਂਡ ਕਰਦਾ ਸੀ ਗੱਲ ਨੂੰ, ਪਰ ਜਦੋਂ ਉਹਨੂੰ ਪਰਸਨਲੀ ਤਾਂ ਕੰਮ ਕਰਨ ਲਈ ਜ਼ਿਆਦਾ ਟੌਰਚਰ ਕੀਤਾ ਗਿਆ, ਇਮੋਸ਼ਨਲੀ, ਮੈਂਟਲੀ, ਫਿਜ਼ੀਕਲੀ ਤੰਗ ਕੀਤਾ ਗਿਆ ਤਾਂ ਉਹ ਸਹਿ ਨਹੀਂ ਹੋਇਆ। ਅਸੀਂ ਗੌਰਮੈਂਟ ਤੋਂ ਇਹ ਡਿਮਾਂਡ ਕਰਦੇ ਹਾਂ ਕਿ ਕਾਰਵਾਈ ਰੁਕਣੀ ਨਹੀਂ ਚਾਹੀਦੀ ਤੇ ਉਹਨੂੰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਜੋ ਅੱਜ ਮੇਰੇ ਵੀਰੇ ਨਾਲ ਐਵੇਂ ਹੋਇਆ ਤਾਂ ਕਿਸੇ ਹੋਰ ਮਾਂ ਦੇ ਪੁੱਤ ਨਾਲ ਐਵੇਂ ਨਾ ਹੋਵੇ। ਮ੍ਰਿਤਕ ਦੇ ਦਾਦਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਆਗੂ ਮਹਿੰਦਰ ਸਿੰਘ ਰੋਮਾਣਾ ਨੇ ਵੀ ਆਪਣੇ ਪੋਤੇ ਦੀ ਮੌਤ ਦੇ ਲਈ ਫੌਜ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ। ਅਸੀਂ ਮੰਗ ਕਰਦੇ ਹਾਂ ਵੀ ਸਾਡਾ ਜਿਹੜਾ ਵੱਡਾ ਘਾਟਾ ਹੋਇਆ, ਸਾਡਾ ਪਰਿਵਾਰ ਦਾ ਇਕਲੌਤਾ ਪੋਤਰਾ ਸੀ ਸਾਡਾ, ਉਹ ਚਲੇ ਗਿਆ, ਉਹ ਤਾਂ ਘਾਟਾ ਹੋ ਨਹੀਂ ਸਕਦਾ। ਪਰ ਅਸੀਂ ਮੰਗ ਕਰਦੇ ਹਾਂ ਇੱਥੋਂ ਪੰਜਾਬ ਦੀ ਸਰਕਾਰ ਤੋਂ, ਸੈਂਟਰ ਦੀ ਸਰਕਾਰ ਤੋਂ, ਇਹ ਮਤਲਬ ਆਰਮੀ ਦੇ ਹੈੱਡਕੁਆਟਰ ਤੋਂ ਵੀ ਜਿਹੜਾ ਸਾਡਾ ਪੋਤਰੇ ਦੇ ਕਾਤਲੀ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਇਸ ਖਬਰ ਨੂੰ ਦੇਖਣ ਸੁਣਨ ਤੋਂ ਬਾਅਦ ਹਰ ਉਸ ਮਾਪਿਆਂ ਦੇ ਦਿਲ ਦੇ ਵਿੱਚ ਹੁਣ ਕੀ ਇੱਕ ਡਰ ਘਰ ਕਰ ਗਿਆ ਜੋ ਆਪਣੇ ਬੱਚਿਆਂ ਨੂੰ ਫੌਜ 'ਚ ਭੇਜਣਾ ਚਾਹੁੰਦੇ ਨੇ ਕਿ ਕਿਤੇ ਉਹਨਾਂ ਦੇ ਬੱਚਿਆਂ ਦੇ ਨਾਲ ਵੀ ਅਜਿਹੀ ਕੋਈ ਘਟਨਾ ਨਾ ਵਾਪਰ ਜਾਵੇ। ਕੀ ਸਮਝੀ। ਮਾਨਸਾ ਤੋਂ ਨਵਦੀਪ ਆਲੂਵਾਲੀਆ, PTC।